पेश है अजायब टल्ले वालिया की कहानी अक दा दुध। तिखड़ दोपहर कां अख निकलदी सी। सारा दिन मोड़े लाउंदे दुल्ले होरां भी मझ हिक के सारा माल दरख्तां वाली इस टिब्बी ते आ बिठाया सी। रोज़ वांग ही टिब्बी दियां छांदर नीमां अते टाली हेठ अद्धा दिन चर के मੱਝਾਂ आराम नाल जुगाली करी जा रहीआं सन। दुल्ले दी बुरी धौन सुट्टी पई सी। गुटारां ਉਹਦੇ ਦੋਵੇਂ ਕੰਨਾਂ 'ਚੋਂ ਚਿਚੜੀਆਂ ਤੋੜ ਖਾਈ ਜਾ ਰਹੀਆਂ ਸਨ। ਵੱਲੀ ਮੱਝ ਦਾ 5 ਕਲਿਆਣਾ ਕੱਟਾ ਨਿੰਮ ਨਾਲ ਢਿੱਡ ਰਗੜ ਕੇ ਖਰਖਰਾ ਕਰੀ ਜਾ ਰਿਹਾ ਸੀ। ਹੇਠਾਂ ਨਿਵਾਨ ਵਾਲੀ ਟਾਹਲੀ ਦੀ ਛਾਵੇਂ ਆਰਾਮ ਕਰਨ ਲਈ ਸਿੱਬੂ, ਜੱਗਰ ਅਤੇ ਦੁੱਲਾ ਆਪੋ ਆਪਣੇ ਚਾਦਰੇ ਵਿਛਾਈ ਪਏ ਸਨ। ਕੁੱਤੇ ਦੇ ਡਰੋਂ ਦੁਪਹਿਰ ਦੀਆਂ ਰੋਟੀਆਂ ਅਤੇ ਚਾਹ ਗੁੜ ਵਾਲੇ ਝੋਲੇ ਟਾਹਲੀ ਦੀਆਂ ਨੀਵੀਆਂ ਟਾਹਣੀਆਂ ਨਾਲ ਬੰਨੇ ਹੋਏ ਬੀਜੜੇ ਦੇ ਆਲ੍ਹਣਿਆਂ ਵਾਂਗੂ ਲਟਕਦੇ ਸਨ। ਕੋਲ ਬੈਠਾ ਸਿੱਬੂ ਦਾ ਕਾਲੂ ਕੁੱਤਾ ਗਿੱਠ ਦੀ ਲੰਬੀ ਜੀਭ ਕੱਢੀ ਕਾਲੀ ਕਾਲੀ ਸਾਹ ਲੈ ਰਿਹਾ ਸੀ, ਜਿਵੇਂ ਕਿਤੇ ਲੰਮੀ ਦੌੜ ਲਾ ਕੇ ਆਇਆ ਹੋਵੇ। ਕਦੇ ਕਦੇ ਉਹ ਆਪਣੇ ਉੱਤੇ ਹੀ ਬੈਠੀਆਂ ਭੂਰੇ ਰੰਗ ਦੀਆਂ ਕੁੱਤਾ ਮੱਖੀਆਂ ਨੂੰ ਝਪੱਟ ਮਾਰ ਕੇ ਖਾਣ ਨੂੰ ਪੈਂਦਾ ਸੀ ਅਤੇ ਫੇਰ ਹੌਂਕਣ ਲੱਗ ਪੈਂਦਾ। ਹਵਾ 'ਚ ਉੱਡਦਾ ਤੱਤਾ ਰੇਤਾ ਤੱਤੇ ਚਿਮਟਿਆਂ ਵਾਂਗੂ ਲੱਗਦਾ ਅਤੇ ਤੱਤੀ ਲੈਅ ਦਾ ਬੁੱਲਾ ਅੰਗਿਆਰਾਂ ਵਾਂਗੂ ਪਿੰਡੇ ਨਾਲ ਲੱਗਦਿਆਂ ਹੀ ਲੂਹ ਕੇ ਲੈ ਜਾਂਦਾ। ਚਾਹ ਵੇਲੇ ਪਰਿਓਂ ਕਟਿੱਲੂ ਵੀ ਆਪਣੇ ਪਸ਼ੂਆਂ ਕੋਲੋਂ ਉੱਠ ਕੇ ਟਿੱਬੀ ਵੱਲ ਚੱਲ ਪਿਆ, ਜਿਸ ਦੇ ਪਸ਼ੂ 6 ਕੁ ਕਿੱਲਿਆਂ ਦੀ ਵਿੱਥ 'ਤੇ ਬਿਠਾਏ ਹੋਏ ਸਨ। 22 ਕੁ ਸਾਲ ਦਾ ਕਟਿੱਲੂ 1.5 ਕੁ ਮੀਟਰ ਦੀ ਲੰਗਾਰ ਹੋਈ ਮੈਲੀ ਕੁਚੈਲੀ ਪੱਗ, ਕਿਸੇ ਦਾ ਦਾਨ ਕੀਤਾ ਗੋਡਿਆਂ ਤੱਕ ਨੀਵਾਂ ਕੁੜਤਾ, ਕਣਕਵੰਨਾ ਰੰਗ, ਪੈਰਾਂ ਦੇ ਛਿੱਤਰ ਦੀ ਟੁੱਟੀ ਨੋਕ ਦਾ ਮੂੰਹ ਮੱਛੀ ਦੇ ਮੂੰਹ ਵਾਂਗ ਖੁੱਲ੍ਹਦਾ, ਅੱਗ ਵਰਗਾ ਰੇਤਾ ਉਸ ਵਿੱਚ ਛਾਲ ਮਾਰ ਕੇ ਵੜਦਾ ਅਤੇ ਚੱਕੀ ਦੇ ਗਲੇ ਵਾਂਗ ਅੱਡੀ ਵੱਲ ਦੀ ਨਿਕਲ ਜਾਂਦਾ। ਉਹਦੇ ਟੁੱਟੇ ਛਿੱਤਰਾਂ ਦੀ ਠਿਪ ਠਿਪ ਦੀ ਆਵਾਜ਼ ਦੂਰ ਤੱਕ ਸੁਣਦੀ ਸੀ। ਉਹ ਲੋਕਾਂ ਦੀਆਂ ਮੱਝਾਂ ਚਾਰਦਾ। ਜੇਠ ਦਾ ਮਹੀਨਾ ਹੋਣ ਕਰਕੇ ਉਹਦੀ ਕਿਸੇ ਵੀ ਮੱਝ ਹੇਠਾਂ ਦੁੱਧ ਨਹੀਂ। ਜੱਗਰ ਹੋਰਾਂ ਦੇ ਕਹਿਣ 'ਤੇ ਉਹ ਚਾਹ ਵੇਲੇ ਟਿੱਬੀ 'ਤੇ ਆ ਕੇ ਜੱਗਰ ਹੋਰਾਂ ਨਾਲ ਚਾਹ ਪੀ ਲੈਂਦਾ। ਉਹਦੇ ਠਿਪ ਠਿਪ ਦੀ ਆਵਾਜ਼ ਹੋਰ ਨੇੜੇ ਹੁੰਦੀ ਗਈ ਤਾਂ ਸਿੱਬੂ ਨੇ ਪਏ ਪਏ ਹੀ ਪਾਸਾ ਪਰਤਿਆ। ਕਟਿੱਲੂ ਨੇ ਖੜੇ ਨੇ ਹੀ ਆਪਣੀ ਸੋਟੀ 'ਤੇ ਪਾਣੀ ਵਾਲਾ ਡੱਬਾ ਹੇਠਾਂ ਰੱਖਦਿਆਂ ਕਿਹਾ, ਪਤੰਦਰੋ ਹੱਦ ਕਰਤੀ, ਅੱਜ ਤਾਂ ਦੁਪਹਿਰਾ ਆ ਗਿਆ। ਕਟਿੱਲੂ ਦੇ ਬੋਲ ਸੁਣ ਕੇ ਉਬਾਸੀ ਲੈ ਕੇ ਅੰਗੜਾਈ ਭੰਨਦੇ ਹੋਏ ਸਿੱਬੂ ਨੇ ਦੁੱਲੇ ਨੂੰ ਕਿਹਾ, ਕਰ ਓਏ ਭਤੀਜ ਚਾਹ, ਕੰਡੇ ਕੱਢ, ਤੈਨੂੰ ਜ਼ਿਆਦਾ ਹਿਸਾਬ ਆ, ਤੂੰ ਹੀ ਕਰ ਫਕਰਾ। ਦੁੱਲੇ ਨੇ ਚਿੱਟਾ ਜਵਾਬ ਦੇ ਦਿੱਤਾ। ਟਾਈਮ ਦੇਖ ਓਏ ਆਪਣੇ ਘੰਟੇ 'ਤੇ, ਸਿੱਬੂ ਨੇ ਆਪਣੀ ਸੁੰਮਾਂ ਵਾਲੀ ਡਾਂਗ ਕਟਿੱਲੂ ਵੱਲ ਸੁੱਟ ਕੇ ਕਿਹਾ। ਕਟਿੱਲੂ ਨੇ 12 ਪੋਰੀਆਂ ਦੀ ਡਾਂਗ ਧੁੱਪੇ ਟਿੱਬੀ ਉੱਤੇ ਸਿੱਧੀ ਗੱਡ ਦਿੱਤੀ। ਸੋਟੀ ਦੀ ਛਾਂ ਮਿਣ ਕੇ ਵੇਖੀ, ਇੱਕ ਹੱਥ 2 ਗਿੱਠਾਂ ਸੀ। ਟਾਈਮ 2 ਤੇ ਉੱਤੇ ਆ, ਦੇਖ ਲੈ। ਕਟਿੱਲੂ ਨੇ ਦੇਸੀ ਹਿਸਾਬ ਲਾ ਕੇ ਸੋਟੀ ਦੀ ਛਾਂ ਵੱਲ ਇਸ਼ਾਰਾ ਕਰਦਿਆਂ ਕਿਹਾ, ਟਾਈਮ ਹੀ ਆ, ਜਾਓ ਇਹ ਕਟਿੱਲੂ ਲਿਆ ਇੱਥੋਂ ਡੱਕੇ ਡੋਲੇ ਜੇ ਇਕੱਠੇ ਕਰਕੇ, ਨਹੀਂ ਉਹ ਭੜੀ ਨੇੜੇ ਸੱਲਰ ਪਏ ਆ ਸਰੋਂ ਦੇ, ਮੈਂ ਬਣਾਉਣਾ ਚੁੱਲ੍ਹਾ, ਇਹਨਾਂ ਬਿਮਾਰੀਆਂ ਨੇ ਕੀ ਕਰਨਾ। ਕਟਿੱਲੂ ਨੂੰ ਹਦਾਇਤ ਕਰਕੇ ਸਿੱਬੂ ਸਿਰਹਾਣੇ ਪਈ ਪਿੱਪੀ 'ਚੋਂ ਬਾਟੀ ਕੱਢ ਕੇ ਉੱਚੇ ਥਾਂ 'ਤੇ ਪੁੱਟੇ ਚੁੱਲ੍ਹੇ 'ਚੋਂ ਦੱਬੀ ਸੁਆਹ ਕੱਢਣ ਲੱਗ ਪਿਆ। ਚੁੱਲ੍ਹੇ ਉੱਤੇ ਪਤੀਲੀ ਟਿਕਾਉਣ ਵਾਸਤੇ ਨਾਲ ਦੇ ਵਾਹਨ ਦੀ ਮੰਡਲੀ ਤੋਂ ਧਰੇ 3 ਕੱਚੇ ਵੱਡੇ ਡਲੇ ਚੁੱਕ ਲਿਆਇਆ। ਕਟਿੱਲੂ ਨੇ ਖੂਹ ਦੇ ਔਲੂ 'ਚੋਂ ਪਾਣੀ ਦੀ ਪਤੀਲੀ ਭਰ ਕੇ ਲਿਆ ਕੇ ਰੱਖ ਦਿੱਤੀ। ਜਾਗਰ ਪਤੀਲੀ ਵਿੱਚ ਚਾਹ ਗੁੜ ਪਾ ਕੇ ਸੁੱਕੇ ਸਲਰਿਆਂ ਦਾ ਝੋਕਾ ਲਾਉਣ ਲੱਗ ਪਿਆ। 2 ਝੋਕਿਆਂ ਨਾਲ ਹੀ ਚਾਹ ਸੂੰ ਸੂੰ ਕਰਨ ਲੱਗ ਪਈ। ਕਹਿੰਦੇ ਬੀੜ ਵਾਲੇ ਸਰਦਾਰਾਂ ਨੇ ਕਣਕ ਵੱਢਣ ਵਾਲੀ ਕੰਪੈਨ ਲਿਆਂਦੀ ਆ, ਨਵੀਂ ਮਸ਼ੀਨ ਕੀ ਪੁੱਛਦੇ ਹੋ? ਸਿੱਬੂ ਨੇ ਹੈਰਾਨ ਹੁੰਦੇ ਕਿਹਾ। ਕਿਉਂ,
ਘੁੰਗਰੂ ਲੱਗੇ ਵੇ ਉਹਦੀ ਮਸ਼ੀਨ ਨੂੰ। ਦੁੱਲੇ ਨੇ ਕੱਸੀ ਦੇ ਪਾਣੀ ਵਾਂਗੂ ਅੱਧ 'ਚ ਹੀ ਗੱਲ ਵੱਢ ਦਿੱਤੀ। ਓਏ ਸੁਣ ਤਾਂ ਲਓ, ਕਟਿੱਲੂ ਬੋਲਿਆ। ਨਾ ਠੀਕ ਆ ਯਾਰ, ਜਾਗਰ ਦੀ ਮਸ਼ੀਨ ਮਾੜੀ ਆ? ਉਹੀ ਜੀ ਦੀ ਉਹੋ ਜੀ ਪਈ ਆ। ਦੁੱਲੇ ਨੇ ਜਾਗਰ ਨੂੰ ਉਹਦੀ ਬਹੂ ਬਾਰੇ ਗੁੱਝੀ ਟੀਚਰ ਕੀਤੀ। ਸਾਰੇ ਹੱਸ ਪਏ। ਓਏ ਅੱਗੇ ਤਾਂ ਮਸ਼ੀਨ ਸੀ ਕਣਕ ਵੱਢਣ ਵਾਲੀ, ਹੁਣ ਉਹਦੇ ਤੂੜੀ ਬਣਾਉਣ ਵਾਲੀ ਵੀ ਆ, ਸਿੱਬੂ ਨੇ ਫੇਰ ਦੁਹਰਾਇਆ। ਓਏ ਤਕੜਿਆਂ ਦੀਆਂ ਮਸ਼ੀਨਾਂ ਭਾਈ, ਇੱਥੇ 3 ਸਾਲ ਹੋ ਗਏ ਥ੍ਰੈਸ਼ਰ ਨਹੀਂ ਲਿਆ ਗਿਆ। 3 ਕਿੱਲਿਆਂ ਦੀ ਬਾਹੀ ਤੇ ਚੱਲਦਾ ਥ੍ਰੈਸ਼ਰ ਦੇਖ ਜਿਵੇਂ ਦੁੱਲੇ ਦਾ ਹੌਂਕਾ ਨਿਕਲ ਗਿਆ। ਲਓ ਬਈ ਕਰੋ ਬਾਟੀਆਂ ਤਿਆਰ। ਜਾਗਰ ਨੇ ਕੁੰਡੇ ਵਾਲੀ ਪਤੀਲੀ ਮੱਕੀ ਦੇ ਸੁੱਕੇ ਟਾਂਡਿਆਂ ਤੇ ਟੰਗ ਕੇ ਲਿਆਉਂਦਿਆਂ ਕਿਹਾ। ਆਪੋ ਆਪਣੇ ਪੌਣਿਆਂ, ਲੜ, ਅਚਾਰ, ਗੰਢੇ ਨਾਲ ਬੰਨੀਆਂ ਰੋਟੀਆਂ ਕੱਢ ਕੇ ਉਹ ਚਾਹ ਨਾਲ ਖਾਣ ਲੱਗ ਪਏ। ਔਲੂ 'ਚੋਂ ਡੱਬਾ ਭਰ ਕੇ ਪਾਣੀ ਲਿਆਈ ਓਏ। ਜਾਗਰ ਨੇ ਪਾਣੀ ਵਾਲਾ ਡੱਬਾ ਸਿੱਬੂ ਵੱਲ ਧਰਦਿਆਂ ਕਿਹਾ। ਕਿਉਂ, ਤੂੰ ਬਹੂ ਨਾਲ ਪਿਆ? ਸਿੱਬੂ ਨੇ ਪ੍ਰਸ਼ਨ ਵਰਗੇ ਲਹਿਜੇ 'ਚ ਹੱਸਦਿਆਂ ਜਵਾਬ ਦੇ ਦਿੱਤਾ। ਇਹੋ ਜਿਹੀਆਂ ਸੂਰਤਾਂ ਬਹੂ ਰੱਖ ਲੈਣ ਤਾਂ ਬਸ ਫੇਰ। ਦੁੱਲੇ ਨੇ ਮੋੜਵੀਂ ਟੀਚਰ ਕੀਤੀ। ਦੁੱਲੇ ਦੀ ਗੱਲ ਜੱਗਰ ਦੇ ਹੱਡਾਂ 'ਤੇ ਡਾਂਗ ਵਾਂਗ ਵੱਜੀ। ਹੱਸਦੇ ਤਿੰਨਾਂ ਨਾਲ ਜੱਗਰ ਵੀ ਖਸਿਆਨੀ ਹਾਸੀ ਹੱਸਦਿਆਂ ਉਪਰਿਆਂ ਵਾਂਗ ਹੱਸਿਆ। ਉਹਨੇ ਕਟਿੱਲੂ ਵਾਲੇ ਡੱਬੇ 'ਚੋਂ ਅੱਧਾ ਪਾਣੀ ਲਿਆ। ਠੰਡਾ ਪਾਣੀ ਵੀ ਉਸਨੂੰ ਕੁਸੈਲਾ ਲੱਗਿਆ, ਜਿਵੇਂ ਕਿਸੇ ਨਮੋਸ਼ੀ ਨੇ ਉਹਦਾ ਦੱਬਿਆ ਆਪਣਾ ਆਪਾ ਫਰੋਲ ਕੇ ਚੁਰਸਤੇ 'ਚ ਲਿਆ ਖਿੰਡਾਇਆ ਹੋਵੇ। ਤੀਵੀਂ ਦੀ ਗੱਲ ਸੁਣ ਕੇ ਇੱਕ ਹੌਂਕਾ ਉਸਦੇ ਅੰਦਰੋਂ ਉੱਠਿਆ ਤੇ ਹਵਾ 'ਚ ਰਲ ਗਿਆ। ਦੁੱਲੇ ਨੇ ਸਾਹਮਣੇ ਚੱਲਦਾ ਥ੍ਰੈਸ਼ਰ ਵੇਖ ਪਰਿਵਾਰ ਦੀ ਬੇਬਸੀ ਜ਼ਾਹਰ ਕੀਤੀ। ਐਤਕੀ ਹਾੜੀ ਚੰਗੀ ਲੱਗ ਗਈ ਤਾਂ ਮਹਿੰਦੋ ਦਾ ਵਿਆਹ ਕਰਾਂਗੇ। 4 ਖਣ ਵੀ ਹੋਰ ਛੱਤਣੇ ਆ, ਪਰ ਫੇਰ ਥ੍ਰੈਸ਼ਰ ਹੰਬਾ ਲੈ ਲਈਏ। ਸਾਲੀ ਲੰਡੀ ਜਿਹੀ ਕਬੀਲਦਾਰੀ ਦਬੀ ਫਿਰਦੀ ਆ, ਸਾਹ ਨਹੀਂ ਲੈਣ ਦਿੰਦੀ। ਇੱਕ ਟੋਆ ਪੂਰਦਿਆਂ ਨੂੰ ਦੂਜਾ ਤਿਆਰ ਹੁੰਦਾ। ਰੋਟੀ ਖਾਂਦੇ ਤੇ ਘੁੱਟਾਂ ਬਾਟੀ ਚਾਹ ਪੀਂਦੇ ਜਾਗਰ ਨੇ ਥ੍ਰੈਸ਼ਰ ਦੀ ਗੱਲ ਸੁਣਦਿਆਂ ਸਾਹਮਣੇ 10 ਕਿੱਲਿਆਂ ਦੀ ਬਾਹੀ ਤੇ ਚੱਲਦੇ ਥ੍ਰੈਸ਼ਰ ਵੱਲ ਵੇਖਿਆ ਅਤੇ ਮੂੰਹ 'ਚ ਕੁੜੱਤਣ ਜਿਹੀ ਆਈ। ਥੁੱਕ ਦੀ ਇੱਕ ਘੁੱਟ ਉਸਨੇ ਸੰਗ ਹੇਠਾਂ ਕੀਤੀ। 4 ਚੁਫੇਰੇ ਸਰਸਰੀ ਜਿਹੀ ਨਿਗਾਹ ਮਾਰੀ। ਬਦਾਮੀ ਰੇਤਾ ਭੱਠ ਵਾਂਗੂ ਤਪਦਾ ਸੀ। ਤੇਜ਼ ਤਰਾਰ ਧੁੱਪ ਵਿੱਚ ਛਾਵੇਂ ਬੈਠਿਆਂ ਵੀ ਜਿਵੇਂ ਉਹਦੀਆਂ ਅੱਖਾਂ ਲੂਈਆਂ ਗਈਆਂ, ਜਿਵੇਂ ਸਾਰੀ ਧਰਤੀ ਉੱਤੇ ਕਿਸੇ ਨੇ ਅੱਗ ਵਿਛਾ ਦਿੱਤੀ ਹੋਵੇ। ਨਿਰੀ ਅੱਗ ਜਿਹਦੇ ਵਿੱਚ ਉਹ ਅਤੇ ਉਹਦੇ ਵਰਗੇ ਹੋਰ ਦਾਣਿਆਂ ਵਾਂਗੂ ਭੁੱਜਦੇ ਜਾ ਰਹੇ ਹੋਣ। ਇਹੋ ਜਿਹੀ ਤਿੱਖੜ ਦੁਪਹਿਰ ਸੀ ਉਸ ਦਿਨ ਵੀ, ਜਦ ਬੰਤੇ ਕਿਆਂ ਨਾਲ ਸੀਰੀ ਰਲਿਆ ਜਾਗਰ ਥਕਾਵਟ ਨੇ ਭੰਨ ਸੁੱਟਿਆ ਸੀ। ਉਹਦਾ ਅੰਗ ਅੰਗ ਕੰਮ ਤੋਂ ਜਵਾਬ ਦੇ ਰਿਹਾ ਸੀ। ਲਗਾਤਾਰ ਲਾਂਘਾਂ ਕਤਰਾਉਂਦਾ, ਬਿੰਦੇ ਝੱਟੇ ਉਹ ਅੰਗੜਾਈਆਂ ਭੰਨਦਾ। ਉਨੀਂਦਰਾ ਹੋਣ ਕਰਕੇ ਉਹਨੂੰ ਤੋੜ ਜਿਹੀ ਲੱਗ ਗਈ ਸੀ। ਉਦੋਂ ਉਹਦਾ ਜੀਅ ਕੀਤਾ ਸੀ ਕੋਈ ਤੱਤਾ ਪਾਣੀ ਕਰਕੇ ਉਸਨੂੰ ਨਹਾਵੇ, ਉਹਦੀ ਸਾਰੀ ਥਕਾਵਟ ਛੰਡ ਦੇਵੇ ਅਤੇ ਫਿਰ ਖੂਹ ਵਾਲੇ ਤੂਤ ਦੀ ਛਾਵੇਂ ਘੂਕ ਸੌਂ ਜਾਵੇ। ਉਸਨੂੰ ਉਦੋਂ ਤੱਕ ਨਾ ਕੋਈ ਜਗਾਵੇ ਜਦੋਂ ਤੱਕ ਉਹ ਰੱਜ ਕੇ ਨੀਂਦ ਲਾ ਕੇ ਨਾ ਉੱਠੇ। ਪਰ 20ਵੇਂ ਹਿੱਸੇ ਦਾ ਖਿਆਲ ਆਉਂਦਿਆਂ ਹੀ ਉਸ ਦੇ ਖਿਆਲ ਬੰਤਾ ਸਿਉਂ ਨਾਲ ਮਿਲਣ ਲੱਗ ਪੈਂਦੇ, ਜਿਹੜਾ ਘੜੀ ਮੁੜੀ ਇਹੋ ਆਖਦਾ, ਮੀਂਹ ਕਣੀ ਦਾ ਕੋਈ ਪਤਾ ਨਹੀਂ, ਅਜੇ ਕੰਮ ਨਿਬੇੜਿਆ ਹੀ ਚੰਗਾ। 4 ਦਿਨ ਹੋਰ ਔਖੇ ਸੌਖੇ ਕੱਟ ਲੈਂਗੇ। 3 ਰਾਤਾਂ 2 ਦਿਨ ਹੋ ਗਏ ਸਨ ਉੱਪਰੋਂ ਥਲੀ ਮਸ਼ੀਨ ਤੇ ਦਾਣੇ ਕਢਾਉਂਦੇ ਨੂੰ। ਜਦ ਸਰੀਰ ਤਾਕਤ ਜਿਹੀ ਨਾ ਫੜਦਾ ਤਾਂ ਬੰਤਾ ਸਿਉਂ ਦੀ ਦਿੱਤੀ ਖਿੱਸੇ ਵਿੱਚੋਂ ਮੋਮੀ ਕਾਗਜ਼ 'ਚ ਲਪੇਟੀ ਅਫੀਮ ਨਾਲੋਂ ਮੱਕੀ ਦੇ ਦਾਣੇ ਜਿੰਨੀ ਤੋੜ ਕੇ ਖਾ ਲੈਂਦਾ। ਕੁਝ ਹੀ ਪਲਾਂ 'ਚ ਖਿੰਡ ਰਿਹਾ ਸਰੀਰ ਅੱਤੜ ਜਿਹੀ ਫੜ ਜਾਂਦਾ। ਦਿਨ ਢਲੇ ਤੇ ਜਦ ਬੰਤੇ ਦਾ ਵੱਡਾ ਮੁੰਡਾ ਕੁਝ ਮੱਠਾ ਜਿਹਾ ਪੈ ਗਿਆ ਤਾਂ ਜਾਗਰ ਰੁੱਗ ਲਾਉਣ ਲੱਗ ਪਿਆ। ਪਹਿਲਾਂ ਹੀ ਉਹ ਵਾਰੀ ਸਿਰ ਰੁੱਗ ਲਾਉਂਦੇ ਅਤੇ ਥੱਬੇ ਫੜਾਉਂਦੇ ਸਨ। ਅਫੀਮ ਦੀ ਗੋਲੀ ਉਹ ਨਾ ਚਾਹੁੰਦਿਆਂ ਵੀ ਖਾ ਗਿਆ। ਬੰਤਾ ਸਿਉਂ ਆਪਣੇ ਬੋਝਲ ਸਰੀਰ ਨੂੰ ਖੁੰਡੀ ਸਹਾਰੇ ਲੈ ਕੇ ਵਾਰ-ਵਾਰ ਪਿੜ ਉੱਤੋਂ ਦੀ ਗੇੜਾ ਦਿੰਦਾ, ਫਿਰ ਕੰਮ ਨਿਬੜਦਾ ਦੇਖ ਕੇ ਹੌਸਲਾ ਦੇਣ ਦੇ ਰੋਹ 'ਚ ਆਖਦਾ, ਮੁੰਡਿਓ ਦਮ ਦੁਮ ਲੈ ਲਿਓ, ਐਵੇਂ ਨਾ ਔਖੇ ਹੋਈ ਜਾਈਓ,
ਹਾਥੀ ਲੰਘ ਗਿਆ, ਪੂੰਛ ਰਹਿ ਗਈ ਹੁਣ ਤਾਂ। ਆਖਰੀ ਅੱਧੀ ਮੰਡਲੀ ਰਹਿੰਦੀ ਵੇਖ ਕੇ ਤਾਂ ਉਸ ਵਿੱਚ ਜੋਸ਼ ਜਿਹਾ ਫੜ ਗਏ ਸਨ। ਮੀਂਹ ਕਣੀ ਤੋਂ ਬਚ ਕੇ ਨਿਕਲੇ ਦਾਣੇ, ਇੱਕ ਅੱਧ ਰਹਿੰਦੀ ਮੰਡਲੀ ਜਿਹੜੀ 1.5 ਘੰਟੇ 'ਚ ਨਿਬੜ ਜਾਣੀ ਸੀ ਦਾ ਖਿਆਲ ਆਉਂਦਿਆਂ ਹੀ ਨਸ਼ੇ ਦੀ ਲੋੜ 'ਚ ਆਏ ਉਰੀ ਵਾਂਗੂ ਘੁੰਮਦੇ ਜਾਗਰ ਨੂੰ ਸਾਰੇ ਹੀ ਉਲਝੇ ਕੰਮ ਸੰਵਰਦੇ ਜਾਪੇ। ਐਤਕੀ ਮੇਲੋ ਦਾ ਵੀ ਉਲਾਂਭਾ ਲਾ ਹੀ ਦੇਣਾ, ਕਹਿੰਦੀ ਮੇਰੇ ਵੀ ਸੱਖਣੇ ਕੰਨ ਭਰਨਗੇ ਕਿਤੇ। ਸੱਖਣੇ ਕੰਨ ਵੇਖ ਕੇ ਤੀਵੀਆਂ ਉਹਨੂੰ ਤੀਵੀਂ ਹੀ ਨਹੀਂ ਗਿਣਦੀਆਂ। ਭੂਆ ਦੀ ਕੁੜੀ ਦੇ ਵਿਆਹ 'ਤੇ ਫੜ ਤੜਕੇ ਲਾ ਕੇ ਲਵਾਂਗੇ। ਸੁੱਖ ਨਾਲ ਰੱਬ ਨੇ ਹਾੜੀ ਚੰਗੀ ਲਾਤੀ, ਲੈ ਕੇ 2 ਸਫੈਦੇ ਦੇ ਗੋਲੇ ਮੈਂ ਨੂੰ ਛੱਤੜਾ ਜਿਹਾ ਪਾ ਦੇਵਾਂਗੇ, ਵਧੀਆ ਨਿਰਵਾਹ ਹੋ ਜਾਊਗਾ। ਰੁੱਗ ਲਾਉਂਦਿਆਂ ਮਨ 'ਚ ਸੋਚਦਿਆਂ ਉਹ ਕਦੇ ਆਪਣੀ ਆਮਦਨੀ ਵਧਾ ਲੈਂਦਾ ਅਤੇ ਕਦੇ ਘਟਾ ਲੈਂਦਾ ਤੇ ਇੰਜ 99 ਦੇ ਗੇੜ ਵਿੱਚ ਪਿਆ ਜਾਗਰ ਦਾ ਪਰਨਾਲੇ 'ਤੇ ਟਿਕਿਆ ਹੱਥ ਮਸ਼ੀਨ ਦੇ ਥੁੜਿਆਂ ਨੇ ਖਿੱਚ ਲਿਆ। ਅਚਾਨਕ ਲੰਬੀ ਚਾਂਗਰ ਵੱਜੀ ਸੁਣ ਕੇ ਬੰਤੇ ਦੇ ਵੱਡੇ ਮੁੰਡੇ ਨੇ ਅੱਬੜ ਵਾਹੇ ਛੇਤੀ ਦੇ ਕੇ ਹੱਥ 'ਚ ਫੜਿਆ, ਸਬਰ ਕੱਤਾ ਪਰਾਂ ਭਗਾ ਮਾਰਿਆ ਅਤੇ ਕੋਲ ਪਈ ਸਲੰਗ ਨਾਲ ਪਟਾ ਲਾਉਂਦਿਆਂ ਹੀ ਦੂਜੇ ਮੁੰਡੇ ਨੇ ਪਰਨਾਲੇ 'ਤੇ ਢੇਰ ਹੋਏ ਜਾਗਰ ਦੀ ਬਾਂਹ ਸਾਰੇ ਜ਼ੋਰ ਨਾਲ ਬਾਹਰ ਨੂੰ ਖਿੱਚੀ, ਨਹੀਂ ਤਾਂ ਮੋਢੇ ਤੱਕ ਛਿੱਲ ਦੇਣੀ ਸੀ। ਕੂਣੀ ਤੱਕ ਵੱਢੀ ਗਈ ਬਾਂਹ ਦੇਖ ਕੇ ਉਸਦੇ ਆਸਾਨ ਹੀ ਮਾਰੇ ਗਏ। 2 ਜਣਿਆਂ ਨੇ ਚੁੱਕ ਕੇ ਉਸ ਨੂੰ ਬਾਂਹ ਦੀ ਮੰਜੀ 'ਤੇ ਦੌੜਾ ਵਿਛਾ ਕੇ ਪਾ ਦਿੱਤਾ। ਕਾਲੀ 2 ਜਣਿਆਂ ਦੀਆਂ ਪੱਗਾਂ ਲਾ ਕੇ ਉਹਦੀ ਬਾਂਹ ਦਾ ਟੁੰਡ ਘੁੱਟ ਕੇ ਬੰਨ੍ਹ ਦਿੱਤਾ। ਫਿਰ ਵੀ ਲਹੂ ਦੇ ਘਰਾਲ ਵਹਿ ਤੁਰੇ ਸਨ। ਮੰਜੇ 'ਤੇ ਪਏ ਸੰਗਲੀ ਟੁੱਟੇ ਸੱਪ ਵਾਂਗੂ ਮੇਲਦੇ ਜੱਗਰ ਦੇ ਬੋਲ ਨਹੀਂ ਸੀ ਨਿਕਲਦੇ। ਉਹਦੀਆਂ ਅੱਖਾਂ 'ਚੋਂ ਤ੍ਰਿਪ ਵਹਿੰਦੇ ਹੰਝੂ ਉਹਦੇ ਚਿਹਰੇ 'ਤੇ ਜੰਮੀ ਗਰਦ ਦੀ ਪਰਤ ਵਿੱਚ ਸਮਾ ਜਾਂਦੇ। ਬੰਤੇ ਦਾ ਛੋਟਾ ਮੁੰਡਾ ਖੇਤ ਲਾਏ ਕਪਾਹ ਦੀਆਂ ਛਿੱਟੀਆਂ ਦੇ ਕੂਨੋਂ 'ਚ ਦੱਬੀ ਦੇਸੀ ਦਾਰੂ ਦੀ ਬੋਤਲ ਕੱਢ ਲਿਆਇਆ। ਟਸ ਜਾਨ ਕੱਢਦੀਆਂ ਚੀਸਾਂ ਨੂੰ ਘੱਟ ਕਰਨ ਲਈ ਉਹਨਾਂ ਨੇ ਪਿੱਤਲ ਦੀ ਬਾਟੀ ਕਾਂਡਿਆਂ ਤੱਕ ਭਰ ਕੇ ਦਾਰੂ ਮੱਲੋ ਮੱਲੀ ਜਾਗਰ ਨੂੰ ਪਿਆ ਦਿੱਤੀ। ਚਾਂਗਾ ਰੌਲੀ ਸੁਣ ਕੇ ਆਸੇ-ਪਾਸੇ ਦੇ ਪੀੜਾਂ ਵਾਲੇ ਲੋਕ ਵੀ ਇਕੱਠੇ ਹੋ ਗਏ ਸਨ। ਉਹਨੀ ਪੈਰੀ ਮੰਜਾ ਟਰਾਲੀ 'ਚ ਰੱਖ ਕੇ ਉਹ ਪਹਿਲਾਂ ਪਿੰਡ ਲੈ ਗਏ, ਪ੍ਰਾਈਵੇਟ ਡਾਕਟਰ ਤੋਂ ਟੀਕੇ ਲਗਵਾਏ। ਫਿਰ ਉਹ ਸਰਪੰਚ ਦੀ ਜੀਪ 'ਚ ਪਾ ਕੇ ਸ਼ਹਿਰ ਦੇ ਹਸਪਤਾਲ ਲੈ ਗਏ। ਹਸਪਤਾਲ ਵਿੱਚ ਬੰਤਾ ਸਿਉ ਨੇ ਜੱਗਰ ਨੂੰ ਰਾਜੀ ਕਰਨ ਲਈ ਦਿਲ ਖੋਲ੍ਹ ਕੇ ਪੈਸੇ ਲਾਏ। ਸਾਰਾ ਇਲਾਜ ਕਰਾ ਕੇ ਖਾਣ ਜੋਗੇ ਦਾਣੇ ਵੀ ਜੱਗਰ ਦੇ ਘਰ ਢੋ ਦਿੱਤੇ ਸਨ, ਜੋ ਉਸ ਦੇ ਉੱਤੇ ਹੋਏ ਖਰਚ ਤੋਂ ਵਾਧੂ ਸਨ। ਪਰ ਜੱਗਰ ਦੇ ਲਹੂ ਨਾਲ ਕਮਾਏ ਘਰ ਪਏ ਪੈਸੇ ਵੀ ਇਲਾਜ ਦੀ ਭੇਂਟ ਚੜ੍ਹ ਗਏ ਸਨ। ਘਰ 'ਚ ਕਾਣੀ ਕੌਡੀ ਵੀ ਨਾ ਬਚੀ, ਡੰਗ ਸਾਰਨ ਜੋਗੇ ਲੀੜਿਆਂ ਅਤੇ ਖਾਣ ਜੋਗੀ ਕਣਕ ਤੋਂ ਬਿਨਾਂ। ਸ਼ਹਿਰ ਦੇ ਹਸਪਤਾਲ ਦਾ ਖਰਚ ਸਾਉਣ ਭਾਦੋਂ ਦੇ ਖੱਬਲ ਵਾਂਗ ਹਰ ਰੋਜ਼ ਵੱਧ ਜਾਂਦਾ ਸੀ। ਜੱਗਰ ਦਾ ਭਰਾ ਮਾਟੀ ਵੀ ਉਸ ਦਾ ਪਤਾ ਲੈਣ ਹਸਪਤਾਲ ਆ ਜਾਂਦਾ। ਛੜਾ ਛਾਂਟ ਮਾਟੀ ਹਾੜੀ ਸੌਣੀ ਮੰਡੀ 'ਚ ਸੀਜ਼ਨ ਲਾ ਲੈਂਦਾ। ਬਾਕੀ ਦਿਨ ਜੀ ਕੀਤਾ ਦਿਹਾੜੀ ਕਰ ਲਈ, ਨਹੀਂ ਨਵੇਂ ਕੱਪੜੇ ਪਾ ਕੇ ਫਿਰਦਾ ਰਹਿੰਦਾ। ਉਹ ਕਦੇ ਫਲ ਫਰੂਟ ਲੈ ਕੇ ਹਸਪਤਾਲ ਆਉਂਦਾ, ਕਦੇ ਮਾਟੀ ਤੇ ਜੱਗਰ ਦੀ ਘਰਵਾਲੀ ਸੌਦਾ ਖਰੀਦਣ ਬਾਜ਼ਾਰ ਇਕੱਠੇ ਜਾਂਦੇ। ਆਥਣ ਤੱਕ ਹਸਪਤਾਲ ਨਾ ਮੁੜਦੇ। ਮਜਬੂਰੀ ਬਸ ਪਈ ਜੱਗਰ ਨੇ ਵੀ ਕਦੇ ਆਪਣੀ ਘਰਵਾਲੀ ਨੂੰ ਲੇਟ ਹੋਣ ਵਾਲੀ ਨਾ ਕਿਹਾ। ਕਦੇ ਮਾਟੀ ਤੇ ਜੱਗਰ ਦੀ ਬਹੂ ਉਹਨੂੰ ਰੋਟੀ ਖਵਾ ਕੇ ਬਾੜ ਤੋਂ ਬਾਹਰ ਆ ਕੇ ਪਾਰਕ ਵਿੱਚ ਬੈਠ ਜਾਂਦੇ। ਇੱਕ ਦੂਜੇ ਦੇ ਕੋਲ ਹੋ ਕੇ ਘੰਟਿਆਂ ਬੱਧੀ ਅਪਣੱਤ ਨਾਲ ਗੱਲਾਂ ਕਰੀ ਜਾਂਦੇ। ਜੱਗਰ ਵਾਰਡ ਵਿੱਚੋਂ ਬੈੱਡ 'ਤੇ ਬੈਠਾ ਹੈਰਾਨ ਹੋਇਆ ਦੋਵਾਂ ਵੱਲ ਤਾਕੀ ਦੀ ਜਾਲੀ ਵਿੱਚੋਂ ਵੇਖੀ ਜਾਂਦਾ। ਜਿਸ ਦਿਨ ਹਸਪਤਾਲ ਤੋਂ ਜੱਗਰ ਨੂੰ ਛੁੱਟੀ ਦਿੱਤੀ ਸੀ, ਦਿਨ ਦੇ ਛਿਪਾ ਨਾਲੋਂ ਪਿੰਡ ਪਹੁੰਚੇ ਸਨ। ਆਲੇ ਦੁਆਲੇ ਦੇ ਘਰਾਂ ਵਾਲੇ ਭਾਵੇਂ ਹਸਪਤਾਲ 2 ਵਾਰੀ ਪਤਾ ਲੈਣ ਆਏ ਸਨ, ਪਰ ਜੱਗਰ ਦੇ ਘਰ ਆਉਣ ਲਈ ਰੱਬ ਦਾ ਸ਼ੁਕਰ ਕੀਤਾ। ਮਾਟੀ ਅਧੀਆ ਲੈ ਕੇ ਆ ਗਿਆ। ਨਾ ਚਾਹੁਣ ਦੇ ਬਾਵਜੂਦ
ਉਹ ਜੱਗਰ ਨੂੰ 2 ਪੈਗ ਸ਼ਰਾਬ ਦੇ ਪਿਆ ਗਿਆ। ਬਚਨੇ ਕੇ ਗੋਲੂ ਨੇ ਹੌਲੀ ਦੇ ਕੇ ਗੁੱਜਾ ਭੇਦ ਵੀ ਦੱਸ ਦਿੱਤਾ ਸੀ ਕਿ ਤੇਰੇ ਤੋਂ ਬਾਅਦ ਮਾਟੀ ਇੱਥੇ ਹੀ ਤੇਰੀ ਘਰਵਾਲੀ ਕੋਲ ਰਹਿੰਦਾ ਸੀ। ਸਾਰੇ ਆਪੋ ਆਪਣੇ ਘਰਾਂ ਚਲੀ ਗਏ। ਹਨੇਰਾ ਹੁੰਦਾ ਵੇਖ ਜੱਗਰ ਦੀ ਘਰਵਾਲੀ ਮੇਲੋ ਨੇ ਇੱਕੋ ਇੱਕ ਡੂੰਘੇ ਕੱਚੇ ਕੋਠੇ ਦੀ ਆਲੀ ਵਿੱਚ ਦੀਵਾ ਬਾਲ ਕੇ ਰੱਖ ਦਿੱਤਾ। ਮੇਲੋ ਉਖੜੀ ਫਿਰਦੀ ਸੀ, ਜਿਵੇਂ ਸਾਰਾ ਜ਼ੋਰ ਲਾ ਕੇ ਆਪਣਾ ਆਪ ਇਕੱਠਾ ਕਰਕੇ ਤੁਰ ਰਹੀ ਹੋਵੇ। ਹਨੇਰਾ ਹੋਣ ਦੇ ਬਾਵਜੂਦ ਉਹ ਰੋਟੀ ਦੇ ਆਹਰ ਨਹੀਂ ਸੀ ਲੱਗੀ। ਮੰਜੇ 'ਤੇ ਇਕੱਠੇ ਕੀਤੇ ਬਿਸਤਰੇ ਦੀ ਢੋ ਲਾਈ ਬੈਠੇ ਜੱਗਰ ਕੋਲ ਬਾਹੀ 'ਤੇ ਬੈਠ ਗਈ। ਕੁਝ ਪਲ ਭਿਆਨਕ ਚੁੱਪ ਮੱਕੜੀ ਦੇ ਜਾਲੇ ਵਾਂਗੂ ਤਨ ਗਈ। ਫਿਰ ਜੱਗਰ ਦਿਲ ਕਰੜਾ ਕਰਕੇ ਬੋਲਿਆ, ਲਾ ਲੈ ਫਿਰ 4 ਮੰਨੀਆਂ, ਹਨੇਰਾ ਨਾ ਹੋ ਜੇ। ਇੱਕ ਟੱਕ ਮੇਲੋ ਨੇ ਉਹਦੇ ਟੁੰਡ ਵੱਲ ਤੱਕਿਆ, ਜਿਵੇਂ ਉਹਦਾ ਰੋਕਿਆ ਬੰਨ੍ਹ ਟੁੱਟ ਗਿਆ ਹੋਵੇ। ਹੱਥਾਂ ਨਾਲ ਚੁੰਨੀ ਦੇ ਦੋਵੇਂ ਲੜ ਫੜ ਕੇ ਅੱਖਾਂ 'ਤੇ ਧਰ ਕੇ ਫੁੱਟ ਕੇ ਰੋਣ ਲੱਗ ਪਈ। ਉਹਨੂੰ ਦੇਖ ਕੇ ਤਾਂ ਭਾਵੇਂ ਜੱਗਰ ਦਾ ਵੀ ਮਨ ਭਰ ਆਇਆ ਸੀ, ਪਰ ਉਹ ਨਹੀਂ ਸੀ ਚਾਹੁੰਦਾ ਕਿ ਉਹਦਾ ਦੱਬਿਆ ਦੁੱਖ ਮੇਲੋ ਨੂੰ ਜ਼ਾਹਰ ਹੋਵੇ। ਸੰਗ ਵਿੱਚ ਅਟਕੇ ਬੇਬਸੀ ਦੇ ਬੁੱਕ ਦਾ ਘੁੱਟ ਹੇਠਾਂ ਕੀਤਾ। ਮੇਲੋ ਨੂੰ ਸੱਜੀ ਬਾਂਹ ਨਾਲ ਫੜ ਕੇ ਛਾਤੀ ਨਾਲ ਲਾ ਕੇ ਬੁੱਕਲ 'ਚ ਲੈਂਦਾ ਹੋਇਆ ਬੋਲਿਆ, ਹੀਠੋ ਨੂੰ ਕਮਲੀ ਨਾ ਹੋਵੇ, ਆਪਣੇ ਵੱਸ ਦੀ ਗੱਲ ਹੈ ਕਿਤੇ। ਠੀਕ ਠਾਕ ਆ ਮੈਂ, ਐਵੇਂ ਨਹੀਂ ਮਨ ਖਰਾਬ ਕਰੀਦਾ। ਮੇਲੋ ਉਹਦੇ ਗੋਡਿਆਂ 'ਤੇ ਸਿਰ ਰੱਖ ਹੋਰ ਵੀ ਫਿਸ ਪਈ। ਜੱਗਰ ਦਾ ਕੁਝ ਪਲ ਚੁੱਪ ਰਿਹਾ, ਫਿਰ ਢਾਠ ਦਿੰਦਾ ਹੋਇਆ ਬੋਲਿਆ, ਜਿਨ੍ਹਾਂ ਦੇ ਦੋਹੇ ਬਾਹਾਂ ਵੱਢੀਆਂ ਜਾਂਦੀਆਂ ਨੇ ਨਾ ਉਹ ਕੀ ਕਰਦੇ ਆ? ਮੈਂ ਤਾਂ ਅਜੇ 2 ਆਦਮੀ ਜਿੰਨਾ ਕੰਮ ਕਰ ਸਕਦਾ। ਹੌਸਲਾ ਰੱਖ, ਗੱਲ ਕਿਹੜੀ ਹੈ? ਸੱਜਣ ਬੁੜਾ ਜਮਾਂਦਰੂ ਅੰਨਾ ਛੋਟੇ ਜਿਹੇ ਭਤੀਜੇ ਨੂੰ ਨਾਲ ਲਿਜਾ ਕੇ 5 ਕੱਖਾਂ ਦੀ ਖੋਤ ਲਿਆਉਂਦਾ। ਮੇਰੇ ਤਾਂ 2 ਦੀਦਿਆਂ ਹੱਥ ਪੈਰ ਕੰਮ ਕਰਦੇ ਆ, ਮਰ ਤਾਂ ਨਹੀਂ ਗਿਆ। ਜਿਉਂਦੇ ਜੀ ਸਭ ਕੁਝ ਹੋ ਜਾਂਦਾ ਹੈ, ਜਾਨ ਹੈ, ਦਮ ਹੈ ਮੇਰੇ ਛਾਲੇ। ਚੱਲ ਉੱਠ ਕੰਮ ਕਰ। ਉਹ ਇੱਕੋ ਸਾਹੇ ਸਮਝਾਉਣ ਦੇ ਰੌਂ 'ਚ ਸਾਰੀਆਂ ਗੱਲਾਂ ਕਹਿ ਗਿਆ ਸੀ। ਉਹ ਹੌਲੀ ਢਿੱਲੇ ਜਿਹੇ ਹੱਥਾਂ ਨਾਲ ਆਟਾ ਗੁੰਨਣ ਲੱਗ ਪਈ ਸੀ। ਰੋਟੀਆਂ ਖਾ ਕੇ ਉਹ ਬਹੁਤੀ ਗੱਲਬਾਤ ਕਰੇ ਬਿਨਾਂ ਹੀ ਪੈ ਗਏ ਸਨ। ਸਾਰੀ ਰਾਤ ਮੇਲੋ ਦੀ ਪਾਸੇ ਲੈਂਦੀ ਦੀ ਲੰਘ ਗਈ ਅਤੇ ਬਚਨੇ ਕੇ ਗੇਲੂ ਦੀ ਦੱਸੀ ਗੱਲ ਨੇ ਨਾ ਹੀ ਜੱਗਰ ਨੂੰ ਸੌਣ ਦਿੱਤਾ। ਕਾਲੀ ਬੋਲੀ ਰਾਤ ਸਾਲ ਬਨ ਗੁਜ਼ਰ ਰਹੀ ਸੀ, ਜਿਵੇਂ ਕਿਸੇ ਨੇ ਉਹਨਾਂ ਦੋਵਾਂ ਨੂੰ ਕਿੱਕਰ ਦੀਆਂ ਤਿੱਖੀਆਂ ਸੂਲਾਂ ਦੀ ਸੇਕ 'ਤੇ ਪਾ ਦਿੱਤਾ ਹੋਵੇ। ਤੇ ਇਹ ਸੇਜ ਦੀਆਂ ਸੂਲਾਂ ਅਗਲੇ ਦਿਨਾਂ ਵਿੱਚ ਹੋਰ ਤਿੱਖੀਆਂ ਅਤੇ ਹੋਰ ਸੰਘਣੀਆਂ ਹੁੰਦੀਆਂ ਗਈਆਂ। ਫਿਰ 15-20 ਦਿਨ ਬਾਅਦ ਹੀ ਇਹ ਗੱਲ ਫੂਸ ਦੀ ਅੱਗ ਵਾਂਗ ਪਿੰਡ ਵਿੱਚ ਫੈਲ ਗਈ ਕਿ ਜੱਗਰ ਦੀ ਬਹੂ ਮਾਟੀ ਦੇ ਜਾ ਵਸੀ। ਫਰਸ਼ੋਂ ਅਰਸ ਲੱਗੀ ਜ਼ਿੰਦਗੀ ਮੁੜ ਅਰਸ਼ੋਂ ਫਰਸ਼ ਆ ਡਿੱਗੀ। ਉਹ ਦੂਜੀ ਵਾਰ ਫੇਰ ਲੁਹਿਆ ਗਿਆ ਸੀ। ਉਹਦਾ ਤਿੱਲਾ ਜੋੜਿਆ ਘਰ ਇੱਕ ਵਾਰ ਫੇਰ ਉਜੜ ਗਿਆ ਸੀ, ਪਰ ਉਹ ਚੁੱਪ ਰਿਹਾ ਸੀ, ਸਿਰਫ ਆਪਣੀ ਕਿਸਮਤ 'ਤੇ ਹੱਸਿਆ ਸੀ। ਤੇ ਉਦੋਂ ਤੋਂ ਹੀ ਉਸਨੇ ਲੋਕਾਂ ਦੇ ਪਸ਼ੂ ਚਾਰ ਕੇ ਵਧੀਆ ਗੁਜ਼ਾਰਾ ਤੋਰ ਲਿਆ ਸੀ। ਮੈਂ ਮਰ ਤਾਂ ਨਹੀਂ ਸੀ ਗਿਆ, ਨਾ ਮਰਾਂ, ਮੇਰਾ ਕੀ ਲੈ ਗਈ, ਮੇਰਾ ਕੀ ਗਿਆ, ਮੈਨੂੰ ਜਿਉਣਾ ਆਉਂਦਾ। ਆ ਬੈਠਾ ਟੈਰੇ ਵਰਗਾ, ਮੱਝਾਂ ਚਾਰਦਾ, ਰੋਟੀਆਂ ਖਾਂਦਾ, ਉਸਨੇ ਆਪਣੇ ਆਪ ਨਾਲ ਗੱਲਾਂ ਕਰਦਿਆਂ ਕਿਹਾ। ਮੇਲੋ ਸ਼ਬਦ ਕਹਿ ਕੇ ਜਿਵੇਂ ਉਹ ਭਮੱਤਰ ਗਿਆ ਹੋਵੇ। ਅਸਮਾਨ ਵੱਲ ਵੇਖ ਦੁਬਾਰਾ ਸੋਚਣ ਲੱਗਾ। ਸਾਰਾ ਦਿਨ ਸੇਵਾ ਕਰਦੀ, ਉਰੀ ਵਾਂਗ ਕੰਮ ਕਰਦੀ, ਹਸਪਤਾਲ ਵਿੱਚ ਦਵਾਈ ਦਾ ਚਮਚਾ ਦੇਣ ਵਾਲੀ ਮੇਲੋ ਕਿੱਥੇ ਗਈ ਅੱਜ? ਮੇਲੋ ਸਾਰਾ ਕੁਝ ਯਾਦ ਕਰਕੇ ਉਸਨੂੰ ਜਾਪਿਆ ਜਿਵੇਂ ਉਹਦੀ ਸੱਜੀ ਬਾਂਹ 'ਤੇ ਵੀ ਕੋਈ ਡੂੰਘਾ ਟੱਕ ਗੰਡਾਸੇ ਦਾ ਲਾ ਗਿਆ ਹੋਵੇ, ਤੇ ਫਿਰ ਵੀ ਉਹ ਜੇਤੂ ਯੋਧੇ ਵਾਂਗ ਇਸ ਲੜਾਈ 'ਚੋਂ ਜਿੱਤ ਕੇ ਨਿਕਲਿਆ ਹੋਵੇ। ਗੰਨੇ ਦੀ ਟੋਕ ਵਾਂਗੂ ਖਿੰਡੇ ਜੱਗਰ ਦਾ ਧਿਆਨ ਪਰਤਿਆ ਜਦ ਉਸਨੇ ਸਿੱਬੂ ਦੇ ਬੋਲ ਸੁਣੇ। ਮਸ਼ੀਨ ਤਾਂ ਟਾਂਡੇ ਭੰਨ ਕੇ ਵੀ ਵੇਚਦੇ ਹਾਂ, ਜੇ ਪੈਸੇ ਜੁੜੇ ਐਤਕੀ ਲੈ ਲਾਂਗੇ। ਸਿੱਬੂ ਦੀ ਗੱਲ ਸੁਣ ਕੇ ਉਸਨੇ ਸਾਹਮਣੇ ਟਾਂਡੇ ਭੰਨ ਕੇ ਚਲਦੇ ਥ੍ਰੈਸ਼ਰ ਵੱਲ ਵੇਖ ਕੁੜੱਤਣ ਨਾਲ ਥੁੱਕਿਆ,
ਥਾਲੀ 'ਚ ਪਈ ਠੰਡੀ ਹੋ ਗਈ ਚਾਹ ਦਾ ਘੁੱਟ ਭਰਿਆ। ਉਹਨੂੰ ਲੱਗਿਆ ਜਿਵੇਂ ਚਾਹ ਨਹੀਂ, ਉਹਨੇ ਅੱਕ ਦਾ ਦੁੱਧ ਦਾ ਘੁੱਟ ਭਰਿਆ ਹੋਵੇ। ਫੇਰ ਬਾਟੀ 'ਚ ਬਚਦੀ ਚਾਹ ਦੀ ਘੁੱਟ ਪਰਾਂ ਡੋਲਦਾ ਬੋਲਿਆ, ਮਾਲ ਹੱਕੋ ਸਾਲੇ ਮਸ਼ੀਨਾਂ ਦੇ। ਤੇ ਮਾਂਜੀ ਹੋਈ ਬਾਟੀ ਝੋਲੇ 'ਚ ਪਾ ਜੱਗਰ ਨੀਮਾ ਹੇਠ ਬੈਠੀਆਂ ਮੱਝਾਂ ਨੂੰ ਹੋ ਹੋ ਕਰਕੇ ਉਠਾਉਣ ਲੱਗਿਆ। ਉਹਨੇ ਤਿੰਨਾਂ ਨੇ ਉਹਦੇ ਚਿਹਰੇ ਵੱਲ ਵੇਖਿਆ। ਉਹਦਾ ਚਿਹਰਾ ਲਾਲ ਸੁਹਾ ਹੋ ਕੇ ਭਖਿਆ ਪਿਆ ਸੀ। ਕੁਝ ਦੂਰ ਤੱਕ ਅੱਗ ਵਰਗੀ ਧੁੱਪ ਖੇਤਾਂ ਦਾ ਪਿੰਡਾ ਲੂ ਰਹੀ ਸੀ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।